हाय फ्यूचर बर्ड्स, वेलकम बैक टू माय चैनल। आज ਅਸੀਂ ਕਰਨ ਜਾ ਰਹੇ ਹਾਂ ਕਲਾਸ 11th ਪੀਐਸਸੀਬੀ ਦਾ ਇੰਗਲਿਸ਼ ਦਾ ਫਰਸਟ ਚੈਪਟਰ ਜੈਂਡਰ ਬਾਇਸ ਦੇ ਕੁਐਸਚਨ ਆਨਸਰਸ। ਸੋ ਸਟਾਰਟ ਕਰਦੇ ਹਾਂ। ਫਰਸਟ ਕੁਐਸਚਨ ਹੈ ਸਾਡੇ ਕੋਲ, what course was the author pursuing at the Indian Institute of Science Bangalore? ਸੋ ਕੁਐਸਚਨ ਕਹਿ ਰਿਹਾ ਹੈ ਕਿ ਜਿਹੜੀ ਆਥਰ ਸੀ ਉਹ ਕਿਹੜਾ ਕੋਰਸ ਪਰਸਿਊ ਕਰ ਰਹੀ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਦੇ ਵਿੱਚ। ਸੋ ਦਾ ਆਨਸਰ ਆ ਜਾਏਗਾ, ਸਭ ਤੋਂ ਪਹਿਲਾਂ ਅਸੀਂ ਆਥਰ ਦਾ ਨੇਮ ਜ਼ਰੂਰ ਮੈਂਸ਼ਨ ਕਰਨਾ ਹੈ, ਚਾਹੇ ਕੁਐਸਚਨ ਦੇ ਵਿੱਚ ਮੈਂਸ਼ਨ ਨਹੀਂ ਹੈ। ਸੋ ਅਸੀਂ ਲਿਖਾਂਗੇ ਸੁਧਾ ਮੂਰਤੀ। ਦ ਆਥਰ ਆਫ ਦਿਸ ਚੈਪਟਰ ਵਾਜ਼ ਵੈਰੀ ਬ੍ਰਾਈਟ ਐਟ ਸਟੱਡੀਜ਼. She was pursuing her MTech course at the Indian Institute of Science in Bangalore. At that time, this institute was known as the Tata Institute. She was the only girl in her postgraduate department. ਸੋ ਆਨਸਰ ਕੀ ਕਹਿ ਰਿਹਾ ਹੈ ਕਿ ਜਿਹੜੀ ਸੁਧਾ ਮੂਰਤੀ ਸੀ, ਜੋ ਕਿ ਇਸ ਚੈਪਟਰ ਦੀ ਆਥਰ ਹੈ, ਉਹ ਸਟੱਡੀਜ਼ ਦੇ ਵਿੱਚ ਬਹੁਤ ਬ੍ਰਾਈਟ ਸਟੂਡੈਂਟ ਸੀ ਅਤੇ ਉਹ ਆਪਣੀ ਐਮਟੈਕ ਕੋਰਸ ਨੂੰ ਪਰਸਿਊ ਕਰ ਰਹੀ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੌਰ ਦੇ ਵਿੱਚ। ਅਤੇ ਉਸ ਤੋਂ ਬਾਅਦ ਉਸ ਟਾਈਮ ਦੀ ਗੱਲ ਕਰੀਏ, ਅਸੀਂ ਥੋੜ੍ਹਾ ਜਿਹਾ ਹੋਰ ਮੈਂਸ਼ਨ ਕੀਤਾ ਕਿ ਉਸ ਟਾਈਮ 'ਤੇ ਇਹ ਜਿਹੜਾ ਇੰਸਟੀਟਿਊਟ ਸੀ ਉਹ ਟਾਟਾ ਇੰਸਟੀਟਿਊਟ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਅਤੇ ਉਹ ਉਸਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਦੇ ਵਿੱਚ ਇਕੱਲੀ ਕੁੜੀ ਸੀ। ਨੈਕਸਟ ਹੈ, where did the author want to complete a doctorate in computer science? ਸੋ ਜਿਹੜੀ ਸਾਡੀ ਆਥਰ ਸੀ ਉਹ ਕੰਪਿਊਟਰ ਸਾਇੰਸ ਦੇ ਵਿੱਚ ਡਾਕਟੋਰੇਟ ਕਿੱਥੋਂ ਕੰਪਲੀਟ ਕਰਨਾ ਚਾਹੁੰਦੀ ਸੀ। ਸੋ ਜਿਹੜੀ ਆਥਰ ਸੀ ਫਿਲਹਾਲ ਉਹ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਨ ਬੰਗਲੌਰ ਦੇ ਵਿੱਚ ਆਪਣੀ ਐਮਟੈਕ ਕੋਰਸ ਪਰਸਿਊ ਕਰ ਰਹੀ ਸੀ ਅਤੇ ਉਹ ਆਪਣੀ ਮਾਸਟਰਸ ਦਾ ਕੋਰਸ ਕਰ ਰਹੀ ਸੀ ਕੰਪਿਊਟਰ ਸਾਇੰਸ ਦੇ ਵਿੱਚ ਅਤੇ ਉਹ ਉਹਦੇ ਵਿੱਚ ਡਾਕਟੋਰੇਟ ਕਰਨਾ ਚਾਹੁੰਦੀ ਸੀ ਅਤੇ ਉਹ ਚਾਹੁੰਦੀ ਸੀ ਕਿ ਉਹ ਅਬਰੋਡ ਜਾਏ, ਉੱਥੇ ਜਾ ਕੇ ਆਪਣੀ ਡਾਕਟੋਰੇਟ ਕੰਪਲੀਟ ਕਰੇ ਕੰਪਿਊਟਰ ਸਾਇੰਸ ਦੇ ਵਿੱਚ। ਸੋ ਇੰਗਲਿਸ਼ ਦੇ ਵਿੱਚ ਮੈਂ ਇੱਕ ਵਾਰ ਤੁਹਾਡੇ ਲਈ ਰੀਡ ਕਰ ਦਿੰਦੀ ਹਾਂ। The author was pursuing her MTech course at the Indian Institute of Science in Bangalore. She was doing her master's course in computer science. She also wanted to do doctorate in it and she wanted to go abroad and to complete her doctorate in computer science. ਅੱਗੇ ਨੈਕਸਟ ਕੁਐਸਚਨ ਕਰਦੇ ਹਾਂ, what advertisement did the author see on the notice board? author ਨੇ ਨੋਟਿਸ ਬੋਰਡ 'ਤੇ ਕੀ ਐਡਵਰਟੀਜ਼ਮੈਂਟ ਦੇਖੀ? So it was in 1974 when the author was pursuing her MTech course at the Indian Institute of Science in Bangalore. She was then in the final year. One day she saw an advertisement on the notice board. It was a standard job requirement notice from the famous automobile company Telco, now Tata Motors. So ਇਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ 1974 ਦੀ ਗੱਲ ਹੈ, ਜਿਹੜੀ ਆਥਰ ਸੀ ਉਸ ਟਾਈਮ 'ਤੇ ਐਮਟੈਕ ਕੋਰਸ ਪਰਸਿਊ ਕਰ ਰਹੀ ਸੀ। ਕਿੱਥੇ ਕਰ ਰਹੀ ਸੀ? ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਨ ਬੰਗਲੌਰ ਦੇ ਵਿੱਚ। ਅਤੇ ਉਸ ਸਮੇਂ ਉਹ ਫਾਈਨਲ ਈਅਰ ਦੇ ਵਿੱਚ ਸੀਗੀ। ਇੱਕ ਦਿਨ ਉਹਨੇ ਨੋਟਿਸ ਬੋਰਡ 'ਤੇ ਇੱਕ ਐਡਵਰਟੀਜ਼ਮੈਂਟ ਦੇਖਿਆ। ਐਡਵਰਟੀਜ਼ਮੈਂਟ ਹੁੰਦੀ ਹੈ ਲਾਈਕ ਆਪਾਂ ਐਡ ਲਗਾਉਣਾ, ਇਸ਼ਤਿਹਾਰ, ਰਾਈਟ। ਉਸ ਤੋਂ ਬਾਅਦ ਹੈ ਉਹ ਇਸ਼ਤਿਹਾਰ ਦੇ ਵਿੱਚ ਉਸ ਐਡਵਰਟੀਜ਼ਮੈਂਟ ਦੇ ਵਿੱਚ ਕੀ ਸੀ? ਉਹ ਇੱਕ ਸਟੈਂਡਰਡ ਜੋਬ ਰਿਕੁਆਇਰਮੈਂਟ ਦਾ ਨੋਟਿਸ ਸੀਗਾ ਇੱਕ ਫੇਮਸ ਆਟੋਮੋਬਾਈਲ ਕੰਪਨੀ ਤੋਂ, ਜਿਹਨੂੰ ਹੁਣ ਅੱਜ ਦੇ ਟਾਈਮ 'ਤੇ ਟਾਟਾ ਮੋਟਰਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਠੀਕ ਹੈ, ਅੱਗੇ ਚੱਲਦੇ ਹਾਂ। what was it in the advertisement that made the author very upset? ਉਸ ਐਡਵਰਟੀਜ਼ਮੈਂਟ ਦੇ ਵਿੱਚ ਐਸਾ ਕੀ ਸੀ ਜਿਹਨੂੰ ਪੜ੍ਹ ਕੇ ਰੀਡ ਕਰਕੇ ਜਿਹੜੀ ਆਥਰ ਸੀ ਉਹ ਬਹੁਤ ਅਪਸੈਟ ਹੋ ਗਈ ਸੀ? ਸੋ ਦਾ ਆਨਸਰ ਆ ਜਾਏਗਾ, ਜਿਹੜੀ ਐਡਵਰਟੀਜ਼ਮੈਂਟ ਸੀ ਉਹ ਇੱਕ ਸਟੈਂਡਰਡ ਜੋਬ ਰਿਕੁਆਇਰਮੈਂਟ ਨੋਟਿਸ ਸੀ ਫਰੋਮ ਦਾ ਫੇਮਸ ਆਟੋਮੋਬਾਈਲ ਕੰਪਨੀ ਟੈਲਕੋ। ਅਤੇ ਜਿਹੜਾ ਆਥਰ ਸੀ ਉਹ ਬਹੁਤ ਜ਼ਿਆਦਾ ਅਪਸੈਟ ਹੋ ਗਈ ਸੀ ਜਦੋਂ ਉਹਨੇ ਇੱਕ ਲਾਈਨ ਰੀਡ ਕਰੀ ਐਡਵਰਟੀਜ਼ਮੈਂਟ ਦੇ ਵਿੱਚ, ਜੋ ਕੀ ਕਹਿੰਦੀ ਸੀ ਕਿ ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ, ਕਿ ਜਿਹੜੀ ਵਿਮਨ ਕੈਂਡੀਡੇਟਸ ਹੈ, ਲੇਡੀ ਕੈਂਡੀਡੇਟਸ ਹੈ ਵੀ ਉਹ ਅਪਲਾਈ ਨਾ ਕਰਨ, ਉਹਨਾਂ ਨੂੰ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੈਗੀ। ਤਾਂ ਉਹਨੂੰ ਇਹ ਚੀਜ਼ ਬਹੁਤ ਬੁਰੀ ਲੱਗੀ ਕਿ ਜੈਂਡਰ ਦੇ ਬੇਸਿਸ 'ਤੇ ਕੁਝ ਐਸਾ ਡਿਸਕ੍ਰਿਮੀਨੇਸ਼ਨ ਕੀਤਾ ਜਾ ਰਿਹਾ। ਨੈਕਸਟ ਕੁਐਸਚਨ ਹੈ, ਇੱਕ ਵਾਰ ਮੈਂ ਇਸ ਕੁਐਸਚਨ ਨੂੰ ਇੰਗਲਿਸ਼ ਦੇ ਵਿੱਚ ਰੀਡ ਕਰ ਦਿੰਦੀ ਹਾਂ। ਦ ਐਡਵਰਟੀਜ਼ਮੈਂਟ ਵਾਜ਼ ਅ ਸਟੈਂਡਰਡ ਜੋਬ ਰਿਕੁਆਇਰਮੈਂਟ ਨੋਟਿਸ ਫਰੋਮ ਦ ਫੇਮਸ ਆਟੋਮੋਬਾਈਲ ਕੰਪਨੀ Telco. The author became very upset when she read a line in the advertisement. It said lady candidates need not apply. Next question is, why did she write a postcard to Telco? So ਉਹ ਜਿਹੜੀ author ਸੀ ਉਹਨੇ Telco ਨੂੰ ਇੱਕ postcard ਕਿਉਂ ਲਿਖਿਆ ਸੀ? So the famous automobile company Telco had given an advertisement about a standard job requirement. In it, lady candidates were asked not to apply. Sudha became upset when she read it. She wrote a postcard to Telco to express her displeasure at the discrimination against women shown by Telco. So ਇਸ ਦੇ ਵਿੱਚ ਕੀ ਕਿਹਾ ਗਿਆ ਹੈ ਕਿ ਜਿਹੜੀ ਫੇਮਸ ਆਟੋਮੋਬਾਈਲ ਕੰਪਨੀ Telco ਸੀ, ਉਹਨਾਂ ਨੇ ਇੱਕ ਐਡਵਰਟੀਜ਼ਮੈਂਟ ਦਿੱਤੀ ਸੀ
ਇੱਕ ਸਟੈਂਡਰਡ ਜੌਬ ਰਿਕੁਆਇਰਮੈਂਟ ਦੇ ਬਾਰੇ। ਸੋ ਉਹਦੇ ਵਿੱਚ ਲੇਡੀ ਕੈਂਡੀਡੇਟਸ ਨੂੰ ਅਪਲਾਈ ਕਰਨ ਦੇ ਲਈ ਮਨਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਅਪਲਾਈ ਕਰਨ ਲਈ। ਤੇ ਇਹ ਪੜ੍ਹ ਕੇ ਸੁਧਾ ਬਹੁਤ ਅਪਸੈਟ ਹੋ ਗਈ ਸੀ। ਇਸ ਕਰਕੇ ਉਹਨੇ ਟੈਲਕੋ ਨੂੰ ਪੋਸਟ ਕਾਰਡ ਲਿਖਿਆ ਸੀ, ਤਾਂ ਉਹਨੇ ਪੋਸਟ ਕਾਰਡ ਦੇ ਵਿੱਚ ਆਪਣੀ ਫੀਲਿੰਗਸ ਐਕਸਪ੍ਰੈਸ ਕੀਤੀਆਂ ਸੀ, ਆਪਣਾ ਡਿਸਪਲੇਜ਼ਰ ਐਕਸਪ੍ਰੈਸ ਕੀਤਾ ਸੀ ਜੋ ਵੀ ਵੂਮੈਨ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਯਾਨੀ ਕਿ ਭੇਦਭਾਵ ਹੋਇਆ ਸੀ ਟੈਲਕੋ ਦੁਆਰਾ, ਤਾਂ ਉਹਨੇ ਉਹਨੂੰ ਐਕਸਪ੍ਰੈਸ ਕੀਤਾ ਸੀ। ਠੀਕ ਹੈ, ਅੱਗੇ ਚੱਲਦੇ ਹਾਂ। What telegram did the author receive from Telco? Telco ਤੋਂ author ਨੂੰ ਕੀ telegram receive ਹੁੰਦਾ ਮਿਲਦਾ। So author had written a postcard to the automobile company Telco to express her displeasure at the discrimination against women shown by them. In its reply, she got a telegram from Telco. She was called to appear for an interview at Telco's Pune office at the company's expense. ਸੋ ਆਥਰ ਨੇ ਇੱਕ ਪੋਸਟਕਾਰਡ ਲਿਖਿਆ ਸੀ, ਜਿਵੇਂ ਕਿ ਆਪਾਂ ਪਹਿਲੇ ਕੁਐਸਚਨ ਡਿਸਕਸ ਕੀਤਾ ਹੈ, ਆਟੋਮੋਬਾਈਲ ਕੰਪਨੀ ਟੈਲਕੋ ਨੂੰ, ਜਿਹਦੇ ਵਿੱਚ ਉਹਨੇ ਆਪਣਾ ਡਿਸਪਲੇਜ਼ਰ ਐਕਸਪ੍ਰੈਸ ਕੀਤਾ ਸੀਗਾ ਕਿ ਜੋ ਵੀ ਟੈਲਕੋ ਨੇ ਵੂਮੈਨ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਸ਼ੋ ਕੀਤਾ ਸੀ। ਸੋ ਉਸਦੇ ਰਿਪਲਾਈ ਦੇ ਵਿੱਚ ਉਹਨੂੰ ਇੱਕ ਟੈਲੀਗ੍ਰਾਮ ਮਿਲਦਾ ਟੈਲਕੋ ਤੋਂ, ਜਿਹਦੇ ਵਿੱਚ ਲਿਖਿਆ ਜਾਂਦਾ, ਜਿਹਦੇ ਵਿੱਚ ਉਹਨੂੰ ਬੁਲਾਇਆ ਜਾਂਦਾ ਇੱਕ ਇੰਟਰਵਿਊ ਦੇ ਲਈ ਟੈਲਕੋ ਦੇ ਪੁਣੇ ਦੇ ਆਫਿਸ ਦੇ ਵਿੱਚ। ਉਹ ਵੀ ਕੀਤੇ ਕੰਪਨੀ ਦੇ ਖਰਚੇ ਤੇ। ਕੰਪਨੀਜ਼ ਐਕਸਪੈਂਸ ਮੀਨਸ ਐਕਸਪੈਂਸ ਕੀ ਹੁੰਦਾ ਖਰਚਾ, ਤਾਂ ਉਹਨੂੰ ਕੰਪਨੀ ਦੇ ਖਰਚੇ ਤੇ ਪੁਣੇ ਬੁਲਾਇਆ ਜਾਂਦਾ ਹੈ ਇੰਟਰਵਿਊ ਦੇਣ ਦੇ ਲਈ। ਨੈਕਸਟ ਹੈ ਵਾਈ ਡਿਡ ਆਥਰਸ ਹੋਸਟਲ ਮੇਟ ਵਾਂਟ ਹਰ ਟੂ ਗੋ ਟੂ ਪੁਣੇ ਫॉर द ਇੰਟਰਵਿਊ। ਸੌਰੀ ਫੋਟੋ ਤੇ ਥੋੜੀ ਬਲਰ ਹੈ, ਨੈਕਸਟ ਟਾਈਮ ਤੋਂ ਐਸਾ ਕੁਝ ਨਹੀਂ ਹੋਏਗਾ, ਮੈਂ ਧਿਆਨ ਰੱਖਾਂਗੀ। ਠੀਕ ਹੈ, ਸੋ ਜਿਹੜੀ ਆਥਰ ਦੀ ਹੋਸਟਲ ਮੇਟ ਸੀਗੀਆਂ ਮੀਨਸ ਕਿ ਜਿਹੜੀ ਹੋਸਟਲ ਦੇ ਵਿੱਚ ਉਹਦੇ ਨਾਲ ਉਹਦੀ ਫਰੈਂਡਸ ਰਹਿੰਦੀਆਂ ਸੀ ਜਾਂ ਉਹਦੇ ਨਾਲ ਜਿਹੜੇ ਸਟੂਡੈਂਟਸ ਰਹਿੰਦੇ ਸੀ, ਉਹ ਕਿਉਂ ਚਾਹੁੰਦੇ ਸੀ ਕਿ ਜਿਹੜੀ ਆਥਰ ਹੈ ਪੁਣੇ ਜਾਏ ਇੰਟਰਵਿਊ ਦੇ ਲਈ। ਸੋ ਜਿਹੜੀ ਆਥਰ ਸੀ ਉਹਨੂੰ ਇੱਕ ਟੈਲੀਗ੍ਰਾਮ ਰਿਸੀਵ ਹੋਇਆ ਸੀ ਫੇਮਸ ਆਟੋਮੋਬਾਈਲ ਕੰਪਨੀ ਟੈਲਕੋ ਤੋਂ। ਉਹਨੂੰ ਇੰਟਰਵਿਊ ਦੇ ਲਈ ਟੈਲਕੋ ਪੁਣੇ ਆਫਿਸ ਦੇ ਵਿੱਚ ਬੁਲਾਇਆ ਗਿਆ ਸੀ ਕੰਪਨੀ ਦੇ ਖਰਚੇ ਤੇ। ਸੋ ਉਹਦੀ ਜਿਹੜੀ ਹੋਸਟਲ ਮੇਟ ਸੀ ਉਹ ਚਾਹੁੰਦੀ ਸੀ ਕਿ ਉਹ ਇਸ ਓਪਰਚੁਨਿਟੀ ਨੂੰ ਯੂਜ਼ ਕਰੇ ਤੇ ਪੁਣੇ ਫ੍ਰੀ ਜਾਏ, ਤੇ ਉਹਨਾਂ ਦੇ ਲਈ ਸਸਤੀ ਸਾੜੀਆਂ ਪੁਣੇ ਦੀਆਂ ਫੇਮਸ ਜਿਹੜੀਆਂ ਪੁਣੇ ਦੀ ਸਾੜੀਆਂ ਨੇ ਉਹ ਲੈ ਕੇ ਆਏ ਸਸਤੇ ਦੇ ਵਿੱਚ। ਸੋ ਇੰਗਲਿਸ਼ ਦੇ ਵਿੱਚ ਮੈਂ ਰੀਡ ਕਰ ਦਿੰਦੀ ਹਾਂ। The author had received a telegram from the famous automobile company Telco. She was called to appear for an interview at Telco's Pune office at the company's expense. So her hostel mates wanted her to use the opportunity to go to Pune free of cost and buy them the famous Pune sarees for cheap. Right? So आगे चलते हैं next question दे। So next question है 8th question. How many people were there on the interview panel? What did the author realize? So interview panel ਦੇ ਵਿੱਚ ਕਿੰਨੇ ਲੋਕ ਸੀਗੇ ਤੇ author ਨੇ ਉੱਥੇ ਕੀ realize ਕੀਤਾ? So ਉੱਥੇ 6 ਲੋਕ ਸੀ interview panel ਦੇ ਵਿੱਚ। ਸੌਰੀ, ਤਾਂ ਆਥਰ ਨੇ ਰਿਅਲਾਈਜ਼ ਕੀਤਾ ਕਿ ਇੱਕ ਸੀਰੀਅਸ ਬਿਜ਼ਨਸ ਸੀਗਾ ਇਹ ਇੰਟਰਵਿਊ। ਸੋ ਉਹਨੇ ਇੰਟਰਵਿਊ ਤੋਂ ਪਹਿਲਾਂ ਹੀ ਕਹਿਤਾ ਸੀਗਾ ਪੈਨਲ ਨੂੰ ਕਿ ਉਹ ਉਮੀਦ ਕਰਦੀ ਹੈ, ਹੋਪ ਕਰਦੀ ਹੈ ਕਿ ਜਿਹੜਾ ਇੰਟਰਵਿਊ ਹੈ ਟੈਕਨੀਕਲ ਇੰਟਰਵਿਊ ਹੋਏ। ਤੇ ਜਿਹੜੇ ਇੰਟਰਵਿਊ ਪੈਨਲ ਸੀ ਉਹਨਾਂ ਨੇ ਆਥਰ ਨੂੰ ਟੈਕਨੀਕਲ ਕੁਐਸਚਨਸ ਹੀ ਪੁੱਛੇ ਸੀ। ਸੋ ਇਹਦੇ ਵਿੱਚ ਕੀ ਆਨਸਰ ਆਏਗਾ? there were 6 people on the interview panel. Then the author realized that it was a serious business. So before the interview, Sudha told the panel that she hoped that it was only a technical interview. The interview panel asked the author technical questions only. Next question ਤੇ ਚੱਲਦੇ ਹਾਂ। What did Sudha tell the panel before the interview? So Sudha ਨੇ ਪੈਨਲ ਨੂੰ ਇੰਟਰਵਿਊ ਤੋਂ ਪਹਿਲਾਂ ਕੀ ਦੱਸਿਆ ਸੀ? So when Sudha went for the interview at Telco's Pune office, she saw there were 6 people on the panel. Then the author realized that it was a serious business. So before the interview, Sudha told the panel that she hoped it was only a technical interview. Same line repeated है। ਜਦੋਂ ਸੁਧਾ ਇੰਟਰਵਿਊ ਲਈ ਜਾਂਦੇ ਆ ਟੈਲਕੋਸ ਪੁਣੇ ਆਫਿਸ ਤਾਂ ਉੱਥੇ ਦੇਖਦੀ ਹੈ ਪੈਨਲ ਦੇ ਵਿੱਚ 6 ਲੋਕ ਹੁੰਦੇ ਨੇ ਤੇ ਜਿਹੜੀ ਆਥਰ ਹੈ ਉਹ ਰਿਅਲਾਈਜ਼ ਕਰਦੀ ਹੈ ਕਿ ਸੀਰੀਅਸ ਬਿਜ਼ਨਸ ਸੀਗਾ। ਸੋ ਇੰਟਰਵਿਊ ਤੋਂ ਪਹਿਲਾਂ ਹੀ ਜਿਹੜੀ ਸੁਧਾ ਹੈ ਉਹ ਕਹਿ ਦਿੰਦੀ ਹੈ ਪੈਨਲ ਨੂੰ ਕਿ ਉਹ ਉਮੀਦ ਕਰਦੀ ਹੈ, ਉਹ ਹੋਪ ਕਰਦੀ ਹੈ ਕਿ ਜਿਹੜਾ ਇੰਟਰਵਿਊ ਹੈ ਟੈਕਨੀਕਲ ਇੰਟਰਵਿਊ ਹੀ ਹੋਵੇ। ਨੈਕਸਟ ਹੈ what type of questions was the author asked by the interview panel? ਇੰਟਰਵਿਊ ਪੈਨਲ ਦੁਆਰਾ ਸੁਧਾ ਨੂੰ ਕਿਹੜੇ ਕੁਐਸਚਨਸ ਪੁੱਛੇ ਗਏ ਸੀਗੇ? ਸੋ ਪੈਨਲ ਆਸਕਡ ਸੁਧਾ ਟੈਕਨੀਕਲ ਕੁਐਸਚਨਸ ਓਨਲੀ। ਉਹਨਾਂ ਨੇ ਉਹਨੂੰ ਟੈਕਨੀਕਲ ਕੁਐਸਚਨਸ ਦੇ ਪੁੱਛੇ ਸੀ। One of the 6 people on the interview panel was an elderly gentleman. He talked to Sudha very affectionately. He told her why they had said lady candidates need not apply. He told her that he had never employed any ladies on the shop floor of the company. This is not a co-ed school, this is a factory, he said.
ਸੋ ਇਹ ਕੁਐਸਚਨ ਨਿਊ ਹੋਏਗਾ ਬਿਕੋਜ਼ ਉੱਪਰ ਵਾਲੇ ਕੁਐਸਚਨਸ ਬਾਰ-ਬਾਰ ਰਿਪੀਟ ਹੋ ਰਹੇ ਸੀ। ਇਹਨੂੰ ਧਿਆਨ ਨਾਲ ਸੁਣੋ, ਇਹਦੇ ਵਿੱਚ ਕੀ ਕਿਹਾ ਗਿਆ, ਧਿਆਨ ਨਾਲ ਸਮਝੋ ਇਹਨੂੰ। ਜਿਹੜਾ ਪੈਨਲ ਸੀਗਾ ਉਹਨੇ ਸੁਧਾ ਨੂੰ ਟੈਕਨੀਕਲ ਕੁਐਸਚਨਸ ਪੁੱਛੇ ਸੀ, ਬਟ 6 ਵਿੱਚ ਜਿਹੜਾ ਇੱਕ ਬੰਦਾ ਸੀਗਾ ਇੰਟਰਵਿਊ ਪੈਨਲ ਦਾ, ਉਹ ਐਲਡਰਲੀ ਜੈਂਟਲਮੈਨ ਸੀਗਾ ਤੇ ਉਹਨੇ ਸੁਧਾ ਨੂੰ ਬੜੇ ਪਿਆਰ ਨਾਲ ਗੱਲ ਕੀਤੀ। ਉਸਨੇ ਸੁਧਾ ਨਾਲ ਇਫੈਕਸ਼ਨੇਟਲੀ ਬੜੇ ਪਿਆਰ ਨਾਲ ਗੱਲ ਕੀਤੀ। ਉਹਨੇ ਉਹਨੂੰ ਕਿਹਾ, ਉਹਨੇ ਉਹਨੂੰ ਰੀਜ਼ਨ ਦੱਸਿਆ ਕਿ ਲੇਡੀ ਕੈਂਡੀਡੇਟਸ ਨੂੰ ਅਪਲਾਈ ਕਰਨ ਲਈ ਕਿਉਂ ਮਨਾ ਕੀਤਾ ਗਿਆ ਸੀ। ਉਹਨੇ ਦੱਸਿਆ ਕਿ ਅਸੀਂ ਕਦੇ ਵੀ ਕੋਈ ਲੇਡੀ ਨੂੰ ਐਮਪਲੋਏ ਕੀਤਾ ਹੀ ਨਹੀਂ ਕੰਪਨੀ ਦੇ ਸ਼ੋਪ ਫਲੋਰ ਤੇ ਉਹਨੂੰ ਕਹਿੰਦੇ ਕਿ ਕੋਈ ਕੋਐਡ ਸਕੂਲ ਨਹੀਂ ਹੈ ਜਿੱਥੇ ਬॉयਜ਼ ਤੇ ਗਰਲਸ ਜਿਵੇਂ ਇਕੱਠੇ ਪੜ੍ਹਦੇ ਆ। ਸਕੂਲ ਨਹੀਂ, ਕਾਲਜ। ਕੋਐਡ ਕਾਲਜ ਕੀ ਹੁੰਦਾ, ਜਿੱਥੇ ਬॉयਜ਼ ਤੇ ਗਰਲਸ ਇਕੱਠੇ ਪੜ੍ਹਦੇ ਆ। ਸੋ ਇਹ ਉਹ ਕੋਐਡ ਸਕੂਲ ਨਹੀਂ ਹੈ, ਕਾਲਜ ਨਹੀਂ ਹੈ, ਇੱਕ ਫੈਕਟਰੀ ਹੈ। ਕਹਿਣ ਦਾ ਮਤਲਬ ਇਹ ਸੀਗਾ ਉਹਦਾ। ਅੱਗੇ ਚੱਲਦੇ ਹਾਂ। When did Sudha first see Mr. G.R.D. Tata? ਸੁਧਾ ਨੇ ਪਹਿਲੀ ਵਾਰ G.R.D. ਟਾਟਾ ਨੂੰ ਕਦੋਂ ਦੇਖਿਆ ਸੀ? ਸੋ ਆਫਟਰ ਜੁਆਇਨਿੰਗ ਟੈਲਕੋ, ਸੁਧਾ ਨੂੰ ਕੋਈ ਚਾਂਸ ਨਹੀਂ ਮਿਲਦਾ ਉਹਨੂੰ ਮਿਲਣ ਦਾ ਟਿਲ ਜਦ ਤੱਕ ਉਹ ਟ੍ਰਾਂਸਫਰ ਨਹੀਂ ਹੋਈ ਸੀ ਮੁੰਬਈ ਨੂੰ। ਮੁੰਬਈ ਤੋਂ ਪਹਿਲਾਂ ਤਾਂ ਬਿਲਕੁਲ ਨਹੀਂ ਦੇਖ ਪਾਈ ਸੀ, ਉਹ ਮਿਲ ਨਹੀਂ ਪਾਈ ਸੀ। ਬਟ ਵਨ ਡੇ ਉਹ ਚੇਅਰਮੈਨ ਦੇ ਆਫਿਸ ਜਾਂਦੇ ਆ ਅਚਾਨਕ, ਸਡਨਲੀ ਮੀਨਸ ਅਚਾਨਕ, ਤੇ ਸਡਨਲੀ G.R.D. ਟਾਟਾ ਆ ਜਾਂਦੇ ਆ ਉੱਥੇ। ਸੋ ਦਾ ਫਸਟ ਟਾਈਮ ਸੀ ਜਦੋਂ ਉਹ G.R.D. ਟਾਟਾ ਨੂੰ ਮਿਲਦੀ ਹੈ। ਸੋ ਆਫਟਰ ਜੁਆਇਨਿੰਗ ਟੈਲਕੋ, Sudha did not get a chance to meet him till she was transferred to Mumbai. One day she went to the chairman's office. Suddenly Mr. G.R.D. Tata too came there. It was the first time that she met Mr. G.R.D. Tata. Next है, what did Sumant Moolgaonkar tell Mr. G.R.D. about Sudha? Sumant Moolgaonkar ने G.R.D. ਟਾਟਾ ਨੂੰ ਸੁਧਾ ਬਾਰੇ ਕੀ ਦੱਸਿਆ? ਸੋ ਵਨ ਡੇ ਸੁਧਾ ਨੂੰ ਕੁਛ ਰਿਪੋਰਟਸ ਜਿਹੜੀਆਂ ਸੀ ਉਹ ਚੇਅਰਮੈਨ ਨੂੰ ਦਿਖਾਣੀਆਂ ਸੀ, ਤੇ ਜਿਹੜੇ ਮਿਸਟਰ ਮੂਲਗਾਓਕਰ ਸੀ ਉੱਥੋਂ ਦੇ ਚੇਅਰਮੈਨ ਸੀਗੇ, ਤਾਂ ਉਹਨਾਂ ਦੇ ਆਫਿਸ ਜਾਂਦੀ ਹੈ। ਸਡਨਲੀ ਅਚਾਨਕ ਜਿਹੜੇ ਮਿਸਟਰ G.R.D. ਟਾਟਾ ਨੇ ਉਹ ਉੱਥੇ ਆ ਜਾਂਦੇ ਹੈ। ਸੋ ਫਸਟ ਟਾਈਮ ਸੀ ਜਦੋਂ ਮਿਸਟਰ G.R.D. ਟਾਟਾ ਨੂੰ ਮਿਲਦੀ ਹੈ, ਤਾਂ ਜਿਹੜੇ ਮੂਲਗਾਓਕਰ ਹੁੰਦੇ ਆ, ਮਿਸਟਰ ਮੂਲਗਾਓਕਰ ਹੁੰਦੇ ਆ, ਉਹ G.R.D. ਟਾਟਾ ਨੂੰ ਇੰਟਰੋਡਿਊਸ ਕਰਦੇ ਨੇ ਕਿਹਨੂੰ, ਸੁਧਾ ਨੂੰ। ਤੇ ਉਹ ਕਹਿੰਦੇ ਨੇ ਕਿ ਇਹ ਪਹਿਲੀ ਵੂਮਨ ਹੈ ਜਿਹੜੀ ਟੈਲਕੋ ਦੇ ਸ਼ੋਪ ਫਲੋਰ ਤੇ ਕੰਮ ਕਰ ਰਹੀ ਹੈ। ਸੋ ਵਨ ਡੇ ਸੁਧਾ ਹੈਡ ਟੂ ਸ਼ੋ ਸਮ ਰਿਪੋਰਟਸ ਟੂ ਦ ਚੇਅਰਮੈਨ Mr. Moolgaonkar. She went to his office. Suddenly Mr. G.R.D. too came there. It was the first time that she met Mr. G.R.D. Tata. Mr. Moolgaonkar introduced her to Mr. G.R.D. saying she is the first woman to work on the telco's shop floor. आगे चलते हैं। How many girls are now studying in engineering colleges? So engineering colleges at present means ਕਿ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਗਰਲਸ ਪੜ੍ਹ ਰਹੀ ਹੈ। ਸੋ ਅਸੀਂ ਗੱਲ ਕਰੀਏ 1974 ਦੇ ਵਿੱਚ, ਜਦੋਂ ਸੁਧਾ ਮੂਰਤੀ ਯਾਨੀ ਕਿ ਸਾਡੇ ਚੈਪਟਰ ਦੀ ਆਥਰ ਐਮਟੈਕ ਪਰਸਿਊ ਕਰ ਰਹੀ ਸੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਇਨ ਬੈਂਗਲੌਰ ਦੇ ਵਿੱਚ, ਤਾਂ ਉਹ ਤਾਂ ਬਹੁਤ ਘੱਟ ਜਿਹੜੀ ਗਰਲਸ ਸੀ ਉਹ ਇੰਜੀਨੀਅਰਿੰਗ ਨੂੰ ਆਪਣੇ ਕਰੀਅਰ ਦੀ ਤਰ੍ਹਾਂ ਆਪਟ ਕਰਦੀਆਂ ਸੀ। So in 1974, when Sudha Murthy was pursuing her MTech course at the Indian Institute of Science in Bangalore, very few girls took engineering as their career. It was so because wait a minute, next page mein kholna. Okay, so it was so because girls were not given jobs of engineers in the companies, because उस time ते girls ਨੂੰ ਐਜ਼ ਅ ਇੰਜੀਨੀਅਰ ਜੋਬ ਕਦੇ ਨਹੀਂ ਮਿਲਦੀ ਸੀ ਕੰਪਨੀਜ਼ ਦੇ ਵਿੱਚ। ਬਟ ਟੂਡੇ ਅਸੀਂ ਗੱਲ ਕਰੀਏ ਜੇ ਸਟੂਡੈਂਟਸ ਦੇ ਇੰਜੀਨੀਅਰਿੰਗ ਕਾਲਜ ਦੇ ਵਿੱਚ, ਤਾਂ 50% ਆਫ ਦ ਸਟੂਡੈਂਟਸ ਜਿਹੜੇ ਨੇ ਉਹ ਗਰਲਸ ਨੇ। ਸੋ ਬਟ ਟੂਡੇ ਨੀਅਰਲੀ 50% ਆਫ ਦ ਸਟੂਡੈਂਟਸ ਇਨ ਇੰਜੀਨੀਅਰਿੰਗ ਕਾਲਜਸ ਆਰ ਗਰਲਸ, ਰਾਈਟ। ਲਾਸਟ ਕੁਐਸਚਨ ਆਉਂਦਾ ਸਾਡੇ ਕੋਲ ਚੈਪਟਰ ਦਾ, what would the author want from life if time stops? ਜੇ ਟਾਈਮ ਰੁਕ ਜਾਂਦਾ ਹੈ ਤਾਂ author ਆਪਣੀ ਲਾਈਫ ਤੋਂ ਕੀ ਚਾਹੁੰਦੀ ਹੈ? ਸੋ ਜਿਹੜੀ ਸੁਧਾ ਮੂਰਤੀ ਹੈ ਉਹ ਗ੍ਰੇਟਲੀ ਇੰਪ੍ਰੈਸ ਹੋ ਗਈ ਸੀ ਮਿਸਟਰ G.R.D. ਟਾਟਾ ਤੋਂ, ਜੋ ਕਿ ਓਨਰ ਨੇ ਵੈਰੀ ਫੇਮਸ ਆਟੋਮੋਬਾਈਲ ਕੰਪਨੀ ਟੈਲਕੋ ਦੇ। ਤਾਂ ਸੁਧਾ ਕਹਿੰਦੀ ਕਿ ਜੇ ਟਾਈਮ ਰੁਕ ਜਾਂਦਾ ਹੈ ਤੇ ਉਹਨੂੰ ਪੁੱਛਦਾ, ਉਹਨੂੰ ਆਸਕ ਕਰਦਾ ਕਿ ਉਹ ਆਪਣੀ ਜ਼ਿੰਦਗੀ ਤੋਂ, ਆਪਣੀ ਲਾਈਫ ਤੋਂ ਕੀ ਚਾਹੁੰਦੀ ਹੈ, ਤਾਂ ਉਹ ਇਹੀ ਵਿਸ਼ ਕਰੇਗੀ, ਉਹ ਇਹੀ ਕਹੇਗੀ ਕਿ ਉਹ ਚਾਹੁੰਦੀ ਹੈ ਕਿ ਜਿਹੜੇ ਮਿਸਟਰ G.R.D. ਟਾਟਾ ਨੇ, ਕਾਸ਼ ਉਹ ਅੱਜ ਜ਼ਿੰਦਾ ਹੁੰਦੇ ਤਾਂ ਉਹ ਆਪਣੀ ਕੰਪਨੀ ਨੂੰ ਇੰਨੇ ਵਧੀਆ ਪ੍ਰੋਗਰੈਸ ਕਰਦੇ ਹੋਏ ਦੇਖ ਕੇ ਬਹੁਤ ਖੁਸ਼ ਹੁੰਦੇ। So Sudha Murthy was greatly impressed by Mr. G.R.D. Tata, the owner of the very famous automobile company Telco. Sudha says that if the time stops and asks her what she wants from life, she would say
She wishes Mr. Tata was alive today. He would have been very happy to see his company having made so much progress. So ਇੱਥੇ ਜਿਹੜਾ ਸਾਡਾ ਫਰਸਟ ਚੈਪਟਰ ਖਤਮ ਹੋ ਜਾਂਦਾ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕਸ ਫॉर ਵਾਚਿੰਗ ਦ ਵੀਡੀਓ।